ਐਪੀਕਿਊਰਸ ਐਪੀਕਿਊਰਸ यूनान ਦੇ ਸੈਮੋਸ ਨਾਮੀ ਟਾਪੂ ਦਾ ਵਸਨੀਕ ਸੀ। ਇਹਦਾ ਜਨਮ 342 ਪੂਰਵੀ ਈਸਵੀ ਵਿੱਚ ਹੋਇਆ। ਇਹਦਾ ਪਿਤਾ ਸਕੂਲ ਦਾ ਅਧਿਆਪਕ ਸੀ। ਇਹਦੀ ਮਾਤਾ ਜਾਦੂ ਟੂਣਿਆਂ ਦੁਆਰਾ ਰੋਗੀਆਂ ਦਾ ਇਲਾਜ ਕਰਦੀ ਸੀ। ਛੋਟੇ ਹੁੰਦਿਆਂ ਇਹਨੂੰ ਆਪਣੀ ਮਾਤਾ ਦੇ ਨਾਲ ਨਾਲ ਹੀ ਰਹਿਣਾ ਪੈਂਦਾ ਸੀ। ਇਸ ਲਈ ਸਮੇਂ ਤੋਂ ਹੀ ਇਹਦੇ ਮਨ ਵਿੱਚ ਪਖੰਡ ਅਤੇ ਵਹਿਮ ਬਾਰੇ ਸਖਤ ਘਿਰਨਾ ਪੈਦਾ ਹੋ ਗਈ। 18 ਸਾਲ ਦੀ ਉਮਰ ਵਿੱਚ ਇਹ ਐਥਨਜ਼ ਦੇ ਵਿੱਚ ਜਾ ਰਿਹਾ। ਇਹ ਜ਼ਮਾਨਾ ਰਾਜਨੀਤਿਕ ਉਥਲ ਪੁਥਲ ਦਾ ਸੀ। ਐਥਨਜ਼ ਦਾ ਹਾਕਮ ਬੜਾ ਨਿਰਦਈ ਸੀ। ਉਹ ਐਥਨਜ਼ ਦੇ ਦੇਸ਼ ਭਗਤਾਂ ਨੂੰ ਦੇਸ਼ ਨਿਕਾਲਾ ਦੇ ਕੇ ਮਕਦੂਨੀਆ ਵਿੱਚ ਭੇਜੀ ਜਾਂਦਾ ਸੀ ਅਤੇ ਆਬਾਦੀ ਵਿੱਚ ਇਸ ਘਾਟੇ ਨੂੰ ਪੂਰਾ ਕਰਨ ਲਈ ਮਕਦੂਨੀਆ ਦੇ ਲੋਕਾਂ ਨੂੰ ਐਥਨਜ਼ ਵਿੱਚ ਵਸਾਈ ਜਾਂਦਾ ਸੀ। ਇਸ ਭਾਜੜ ਵਿੱਚ ਐਪੀਕਿਊਰਸ ਦੇ ਮਾਤਾ ਪਿਤਾ ਨੂੰ ਵੀ ਘਰੋਂ ਬੇਘਰ ਹੋਣਾ ਪਿਆ ਅਤੇ ਜ਼ੁਲਮ ਤੋਂ ਬਚਣ ਲਈ ਉਹ ਏਸ਼ੀਆ ਮਾਈਨਰ ਵਿੱਚ ਜਾ ਵਸੇ। ਐਪੀਕਿਊਰਸ ਦੇ ਮਨ 'ਤੇ ਇਸ ਘਟਨਾ ਦਾ ਡੂੰਘਾ ਅਸਰ ਪਿਆ। ਉਹ ਮਨ ਦੀ ਅਸ਼ਾਂਤੀ ਨੂੰ ਉੱਚ ਵਿਚਾਰਾਂ ਨਾਲ ਪਰਚਾਉਣ ਦੀ ਕੋਸ਼ਿਸ਼ ਕਰਨ ਲੱਗਾ। ਉਹਨੇ ਜੀਵਨ ਦੇ ਤੂਫਾਨੀ ਸਮੁੰਦਰ ਵਿੱਚ ਵਿਚਾਰਾਂ ਦੀ ਦੁਨੀਆ ਦਾ ਇੱਕ ਟਾਪੂ ਉਸਾਰ ਲਿਆ। ਥੋੜ੍ਹੇ ਸਮੇਂ ਪਿੱਛੋਂ ਜਦ ਐਥਨਜ਼ ਵਿੱਚ ਕੁਝ ਠੰਡ ਵਰਤ ਗਈ ਤਾਂ ਐਪੀਕਿਊਰਸ ਆਪਣੇ ਮਾਤਾ ਪਿਤਾ ਤੋਂ ਵਿਦਾ ਹੋ ਕੇ ਮੁੜ ਐਥਨਜ਼ ਵਿੱਚ ਆ ਗਿਆ ਅਤੇ ਸ਼ਹਿਰੋਂ ਬਾਹਰ ਇੱਕ ਬਾਗ ਵਾਲਾ ਮਕਾਨ ਖਰੀਦ ਕੇ ਉਸ ਵਿੱਚ ਫਿਲਾਸਫੀ ਦੀ ਸਿੱਖਿਆ ਲਈ ਇੱਕ ਸਕੂਲ ਖੋਲ੍ਹ ਦਿੱਤਾ। ਉਹ ਸਮਝਦਾ ਸੀ ਕਿ ਗਿਆਨ ਪ੍ਰਾਪਤ ਕਰਨਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਇਸ ਲਈ ਉਹਦੇ ਸਕੂਲ ਵਿੱਚ ਹਰ ਸ਼੍ਰੇਣੀ ਦਾ ਮਨੁੱਖ ਦਾਖਲ ਹੋ ਸਕਦਾ ਸੀ, ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ, ਗੁਲਾਮ ਹੋਵੇ ਜਾਂ ਆਜ਼ਾਦ, ਇਸਤਰੀ ਹੋਵੇ ਜਾਂ ਮਰਦ। ਇਸ ਸਕੂਲ ਵਿੱਚ ਵਿਦਿਆਰਥੀ ਅਤੇ ਗੁਰੂ ਦਾ ਇੱਕ ਦੂਜੇ ਪ੍ਰਤੀ ਬੜਾ ਮਾਣ ਸਤਿਕਾਰ ਹੁੰਦਾ ਸੀ। ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਜੀਵਨ ਦੀ ਸਾਦਗੀ ਅਤੇ ਸੰਜਮ 'ਤੇ ਜ਼ੋਰ ਦਿੱਤਾ ਜਾਂਦਾ ਸੀ। ਰੋਟੀ ਪਾਣੀ ਅਤੇ ਫਿਲਾਸਫੀ ਇਹ ਸੁਖੀ ਅਤੇ ਆਨੰਦਮਈ ਜੀਵਨ ਦਾ ਭੇਦ ਮੰਨਿਆ ਜਾਂਦਾ ਸੀ। ਐਪੀਕਿਊਰਸ ਨੇ ਆਪਣੇ ਵਿਚਾਰ 30 ਪੁਸਤਕਾਂ ਵਿੱਚ ਅੰਕਿਤ ਕੀਤੇ, ਪਰ ਇਹ ਪੁਸਤਕਾਂ ਬਾਅਦ ਵਿੱਚ ਜ਼ਾਇਆ ਹੋ ਗਈਆਂ। ਪਰ ਭਾਗਾਂ ਨੂੰ ਉਹਦੇ ਇੱਕ ਉਪਾਸ਼ਕ ਲੁਕਟੀਰੀਅਸ ਨੇ, ਜੋ ਉਸ ਤੋਂ 250 ਸਾਲ ਬਾਅਦ ਵਿੱਚ ਪੈਦਾ ਹੋਇਆ ਹੈ, ਆਪਣੀ ਕਵਿਤਾ ਡੀ ਰੀਰਮ ਨੇਟੂਰਾ ਵਿੱਚ ਉਸਨੇ ਵਿਚਾਰਾਂ ਨੂੰ ਸੰਖੇਪ ਰੂਪ ਵਿੱਚ ਅੰਕਿਤ ਕੀਤਾ ਹੈ। ਐਪੀਕਿਊਰਸ ਦੇ ਵਿਚਾਰ ਅਨੁਸਾਰ ਮਨੁੱਖ ਦੇ ਜੀਵਨ ਦਾ ਮਨੁੱਖ ਮਨੋਰਥ ਆਨੰਦ ਦੀ ਪ੍ਰਾਪਤੀ ਹੈ, ਪਰ ਜੀਵਨ ਤੋਂ ਤਦ ਹੀ ਆਨੰਦ ਪ੍ਰਾਪਤ ਹੋ ਸਕਦਾ ਹੈ ਜੇ ਪਹਿਲੋਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਈਏ। ਇਸ ਦੁਨੀਆ ਨੂੰ ਜਿਸ ਵਿੱਚ ਅਸੀਂ ਰਹਿੰਦੇ ਹਾਂ ਅਤੇ ਮਨੁੱਖ ਜਾਤੀ ਦੇ ਸੁਭਾਅ ਨੂੰ ਜਿਸ ਦੇ ਅਸੀਂ ਅੰਗ ਹਾਂ, ਸਮਝਣਾ ਅਤੀ ਜ਼ਰੂਰੀ ਹੈ। ਦੂਜੇ ਸ਼ਬਦਾਂ ਵਿੱਚ ਇਹ ਜਾਣਨਾ ਲਾਜ਼ਮੀ ਹੈ ਕਿ ਮਨੁੱਖ ਕੌਣ ਹੈ, ਕਿਉਂ ਹੈ ਅਤੇ ਕੀ ਹੈ। ਮਨੁੱਖ ਕੌਣ ਹੈ? ਐਪੀਕਿਊਰਸ ਦਾ ਵਿਚਾਰ ਸੀ ਕਿ ਜ਼ਿੰਦਗੀ ਉਤਪਤੀ ਦੀ ਵਿਉਂਤ ਕਿਸੇ ਦੇਵੀ ਕਲਾਕਾਰ ਦੀ ਸੋਚ ਵਿਚਾਰ ਦਾ ਨਤੀਜਾ ਨਹੀਂ, ਬਲਕਿ ਇਹ ਇੱਕ ਅਚਾਨਕ ਵਾਪਰੀ ਘਟਨਾ ਹੈ। ਇਸ ਅਚਾਨਕ ਵਾਪਰੀ ਘਟਨਾ ਨੂੰ ਅਸੀਂ ਆਨੰਦਮਈ ਘਟਨਾ ਵਿੱਚ ਬਦਲ ਸਕਦੇ ਹਾਂ ਜੇ ਅਸੀਂ ਇੱਕ ਤਾਂ ਦੇਵਤਿਆਂ ਦੇ, ਦੂਜੇ ਮੌਤ ਦੇ ਡਰ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਈਏ। ਦੇਵਤਿਆਂ ਦਾ ਸਾਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ, ਕਿਉਂਕਿ ਜੀਵਨ ਦੇਵਤਿਆਂ ਦੀ ਦੇਣ ਨਹੀਂ, ਇਹ ਐਟਮਾਂ ਦੇ ਕਿਸੇ ਖਾਸ ਰੂਪ ਵਿੱਚ ਅਚਾਨਕ ਗੱਠਜੋੜ ਤੋਂ ਉਤਪੰਨ ਹੋਇਆ ਹੈ। ਐਪੀਕਿਊਰਸ ਨੇ ਐਟਮ ਬਾਰੇ ਆਪਣੇ ਵਿਚਾਰ ਡੈਮੋਕ੍ਰਾਈਟਸ ਨਾਮੀ ਇੱਕ ਯੂਨਾਨੀ ਵਿਗਿਆਨਿਕ ਤੋਂ ਗ੍ਰਹਿਣ ਕੀਤੇ ਸਨ। ਉਹਦਾ ਵਿਚਾਰ ਸੀ ਕਿ ਜਿਵੇਂ ਮਕਾਨ ਦੀ ਉਸਾਰੀ ਇੱਟਾਂ ਤੋਂ ਹੁੰਦੀ ਹੈ, ਇਸੇ ਤਰ੍ਹਾਂ ਰਚਨਾ ਦੀ ਉਸਾਰੀ ਐਟਮਾਂ ਤੋਂ ਹੋਈ ਹੈ। ਰਚਨਾ ਦੀ ਹੋਂਦ ਬਾਰੇ ਉਹ ਕਹਿੰਦਾ ਸੀ, ਇਹ ਅਣਹੋਂਦ ਤੋਂ ਉਤਪੰਨ ਨਹੀਂ ਹੋਈ, ਕਿਉਂਕਿ ਅਣਹੋਂਦ ਤੋਂ ਕੁਝ ਵੀ ਉਤਪੰਨ ਨਹੀਂ ਹੋ ਸਕਦਾ। ਰਚਨਾ ਦੀ ਹੋਂਦ ਅਣਹੋਂਦ ਵਿੱਚ ਨਹੀਂ ਬਦਲ ਸਕਦੀ, ਕਿਉਂਕਿ ਪਦਾਰਥ ਆਪਣਾ ਰੂਪ ਤਾਂ ਬਦਲ ਸਕਦਾ ਹੈ, ਪਰ ਨਸ਼ਟ ਨਹੀਂ ਹੋ ਸਕਦਾ। ਪਦਾਰਥਕ ਦੁਨੀਆ ਦਾ ਜਿੰਨਾ ਵੀ ਪਦਾਰਥ ਹੈ, ਇੱਕ ਰੱਤੀ ਵੀ ਘੱਟ ਜਾਂ ਵੱਧ ਨਹੀਂ ਹੋ ਸਕਦਾ। ਪਦਾਰਥਕ ਦੁਨੀਆ ਵਿੱਚ ਇੱਕ ਨਾ ਨਸ਼ਟ ਹੋਣ ਵਾਲੀ ਇੱਕ ਇਕਾਈ ਬਣੀ ਹੋਈ ਹੈ, ਜਿਸ ਨੂੰ ਐਟਮ ਕਹਿੰਦੇ ਹਨ। ਐਟਮ ਨਾ ਜੰਮਦੇ ਹਨ ਨਾ ਮਰਦੇ ਹਨ, ਉਹਨਾਂ ਦੀ ਹਸਤੀ ਸਦਾ ਕਾਇਮ ਰਹਿੰਦੀ ਹੈ। ਉਹ ਅਨੰਤ ਪੁਲਾੜ ਵਿੱਚ ਬੇਤਹਾਸ਼ਾ ਇੱਧਰ ਉੱਧਰ ਫਿਰ ਰਹੇ ਹੁੰਦੇ ਹਨ ਅਤੇ ਜਦ ਕਦੀ ਆਪਸ ਵਿੱਚ ਟਕਰਾ ਕੇ ਇੱਕ ਦੂਜੇ ਨਾਲ ਚਿਪਕ ਜਾਂਦੇ ਹਨ ਤਾਂ ਤਾਰਿਆਂ ਅਤੇ ਸਿਤਾਰਿਆਂ ਵਰਗੇ ਆਕਾਸ਼ੀ ਪਿੰਡ ਹੋਂਦ ਵਿੱਚ ਆਉਂਦੇ ਹਨ। ਐਟਮ ਵੱਖ-ਵੱਖ ਆਕਾਰ ਦੇ ਅਤੇ ਭਾਰ ਦੇ ਹੁੰਦੇ ਹਨ। ਇਸੇ ਕਾਰਨ ਹੀ ਪਦਾਰਥਕ ਦੁਨੀਆ ਵੱਖ-ਵੱਖ ਰੂਪ ਰੰਗ ਦੀਆਂ ਵਸਤਾਂ ਦੀ ਬਣੀ ਹੋਈ ਹੈ। ਸਾਡੇ ਸੂਰਜ ਅਤੇ ਇਸ ਦੇ ਪਰਿਵਾਰ ਵਰਗੀਆਂ ਹੋਰ ਵੀ ਅਣਗਿਣਤ ਧਰਤੀਆਂ, ਤਾਰੇ ਅਤੇ ਸਿਤਾਰੇ ਹਨ। ਸਾਡੇ ਜਿਹੇ ਜੀਵ ਜੰਤ ਹੋਰਨਾਂ ਧਰਤੀਆਂ 'ਤੇ ਵੀ ਵਸਦੇ ਹਨ। ਇਹ ਤਾਰੇ ਅਤੇ ਸਿਤਾਰੇ ਪੁਲਾੜ ਵਿੱਚ ਗਰਦਿਸ਼ ਕਰ ਰਹੇ ਹੁੰਦੇ ਹਨ। ਇਹ ਗਰਦਿਸ਼ ਆਪਣੇ ਆਪ ਹੋ ਰਹੀ ਹੈ। ਦੇਵਤਿਆਂ ਜਾਂ ਇਹਨਾਂ ਜਿਹੀ ਕੋਈ ਹੋਰ ਅਲੱਗਾ ਸ਼ਕਤੀ ਇਸ ਗਰਦਿਸ਼ ਦਾ ਕਾਰਨ ਨਹੀਂ, ਕਿਉਂਕਿ ਦੇਵਤੇ ਵੀ ਉਹਨਾਂ ਐਟਮਾਂ ਦੇ ਹੀ ਬਣੇ ਹੋਏ ਹਨ ਜਿਨ੍ਹਾਂ ਦੇ ਆਕਾਸ਼ੀ ਪਿੰਡ। ਦੇਵਤਿਆਂ ਦਾ ਮਨੁੱਖ ਜਾਤੀ ਦੀ ਹੋਂਦ ਜਾਂ ਦੁੱਖ ਸੁੱਖ ਨਾਲ ਕੋਈ ਸੰਬੰਧ ਨਹੀਂ, ਨਾ ਹੀ ਉਹਨਾਂ ਦਾ ਮਨੁੱਖ ਦੀ ਕਿਸਮਤ ਦੇ ਘੜਨ ਵਿੱਚ ਕੋਈ ਹੱਥ ਹੈ। ਦੇਵਤਿਆਂ ਨੂੰ ਮਨੁੱਖ ਜਾਤੀ ਦੇ ਦੁੱਖ ਸੁੱਖ ਬਾਰੇ ਕੋਈ ਚਿੰਤਾ ਨਹੀਂ, ਇਸ ਲਈ ਹੀ ਉਹ ਆਪਣਾ ਆਕਾਸ਼ੀ ਸਵਰਗ ਵਿੱਚ ਅਮਰ ਅਤੇ ਆਨੰਦਮਈ ਜੀਵਨ ਬਸਰ ਕਰਦੇ ਹਨ। ਪਰ ਮਨੁੱਖ ਨੂੰ ਦੇਵਤਿਆਂ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦੀ ਪੂਜਾ ਦੁਆਰਾ ਹੀ ਅਸੀਂ ਉਹਨਾਂ ਵਾਂਗ ਜੀਵਨ ਦੇ ਦੁੱਖ ਸੁੱਖ ਅਤੇ ਉਤਾਰ ਚੜਾਅ ਤੋਂ ਆਜ਼ਾਦ ਹੋ ਸਕਦੇ ਹਾਂ। ਸੱਚੇ ਧਰਮ ਵਿੱਚ ਰਸਮ ਰਿਵਾਜ, ਵਹਿਮ ਅਤੇ ਡਰ ਦੀ ਕੋਈ ਥਾਂ ਨਹੀਂ। ਮਨ ਨੂੰ ਟਿਕਾ ਕੇ ਕੁਦਰਤ ਦੀ ਰਚਨਾ ਅਤੇ ਵਿਚਾਰ ਕਰਨਾ ਹੀ ਅਸਲੀ ਧਰਮ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਰਚਨਾ ਵਿੱਚ ਇੱਕ ਅਚਨਚੇਤ ਘਟਨਾ ਤੋਂ ਉਤਪੰਨ ਹੋਈ ਹੋਵੇ ਤਾਂ ਇਹ ਸੁੰਦਰ ਫੁੱਲ ਫਲ, ਰੁੱਖ, ਪੰਛੀ ਅਤੇ ਮਨੁੱਖ ਕਿਵੇਂ ਹੋਂਦ ਵਿੱਚ ਆਏ, ਅਤੇ ਫਿਰ ਉਹਨਾਂ ਤੋਂ ਵੀ ਉੱਤਮ ਪੁਰਸ਼, ਕਵੀ, ਫਿਲਾਸਫਰ ਅਤੇ ਵਿਗਿਆਨਕ ਕਿਵੇਂ ਪੈਦਾ ਹੋਏ। ਐਪੀਕਿਊਰਸ ਉੱਤਰ ਦਿੰਦਾ ਹੈ ਕਿ ਮੁੱਢਲੀ ਬੇਢੱਬੀ ਅਤੇ ਕਰੂਪ ਰਚਨਾ ਹੌਲੀ ਹੌਲੀ ਸੂਖਮ ਅਤੇ ਸੁੰਦਰ ਰੂਪ ਧਾਰਨ ਕਰਦੀ ਗਈ। ਐਪੀਕਿਊਰਸ ਦਾ ਇਹ ਵਿਚਾਰ ਡਾਰਵਿਨ ਦੇ ਪ੍ਰਸਿੱਧ ਸਿਧਾਂਤ ਦੀ ਨੀਂਹ ਹੈ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਐਟਮਾਂ ਦੇ ਗੱਠਜੋੜ ਤੋਂ ਹੌਲੀ ਹੌਲੀ ਹੋਰ ਆਕਾਸ਼ੀ ਪਿੰਡ ਅਤੇ ਸਾਡੀ ਧਰਤੀ ਹੋਂਦ ਵਿੱਚ ਆਏ। ਪਹਿਲਾਂ ਪਹਿਲ ਧਰਤੀ ਮਿੱਟੀ ਦੀ ਬੇਜਾਨ ਟੀਮ ਵਾਂਗ ਸੀ। ਹੌਲੀ ਹੌਲੀ ਇਸ 'ਤੇ ਘਾਸ ਫੂਸ, ਝਾੜੀਆਂ, ਫੁੱਲ ਆਦਿ ਪੈਦਾ ਹੋਏ। ਇਸ ਪਿੱਛੋਂ ਜੀਵਾਂ ਦੀ ਉਤਪਤੀ ਹੋਈ। ਪਹਿਲਾਂ ਰੀਂਗਣ ਵਾਲੇ ਜੀਵ ਅਤੇ ਫਿਰ ਪੰਛੀ ਪੈਦਾ ਹੋਏ। ਇਹਨਾਂ ਤੋਂ ਪਿੱਛੋਂ ਪਸ਼ੂ। ਕਈ ਜੀਵ ਜਿਨ੍ਹਾਂ ਨੇ ਆਪਣੇ ਆਪ ਨੂੰ ਆਲੇ ਦੁਆਲੇ ਦੇ ਵਾਤਾਵਰਨ ਅਨੁਸਾਰ ਢਾਲਿਆ, ਉਹ ਤਾਂ ਆਪਣੀ ਹੋਂਦ ਕਾਇਮ ਰੱਖ ਸਕੇ, ਪਰ ਬਾਕੀਆਂ ਦਾ ਧਰਤੀ ਤੋਂ ਹੌਲੀ ਹੌਲੀ ਖੁਰਾ ਖੋਜ ਹੀ ਮਿਟ ਗਿਆ। ਸਭ ਤੋਂ ਆਖਰ ਰਚਨਾ ਦੇ ਇਸ ਦੇ ਅਨੋਖੇ ਪਲਾਟ ਰਹਿਤ ਨਾਟਕ ਵਿੱਚ ਮਨੁੱਖ ਹੋਂਦ ਵਿੱਚ ਆਇਆ। ਉਹਦਾ ਮੁੱਢਲਾ ਜੀਵਨ ਪਸ਼ੂਆਂ ਦੇ ਜੀਵਨ ਨਾਲ ਹੀ ਮਿਲਦਾ ਜੁਲਦਾ ਸੀ। ਹੌਲੀ ਹੌਲੀ ਉਹਦੇ ਵਿੱਚ ਤਰਸ ਅਤੇ ਮਿੱਤਰਤਾ ਦੇ ਭਾਵ ਪੈਦਾ ਹੋਏ। ਉਹਨੇ ਆਪਣੇ ਬਚਾਅ ਲਈ ਪਹਿਲਾਂ ਪੱਥਰਾਂ ਅਤੇ ਫਿਰ ਧਾਤਾਂ ਦੇ ਸ਼ਸਤਰ ਬਣਾਏ। ਫਿਰ ਇੱਕ ਕੁੰਦਰ ਵਿੱਚ ਰਹਿਣ ਵਾਲੇ ਦੂਜੀ ਕੁੰਦਰ ਦੇ ਰਹਿਣ ਵਾਲਿਆਂ ਨਾਲ ਸਮਾਨ ਅਤੇ ਵਿਚਾਰਾਂ ਦਾ ਵਟਾਂਦਰਾ ਕਰਨ ਲੱਗ ਪਏ, ਅਤੇ ਇਸ ਤਰ੍ਹਾਂ ਵਪਾਰ, ਖੇਤੀਬਾੜੀ, ਕਵਿਤਾ, ਸੰਗੀਤ, ਭਵਨ ਕਲਾ, ਰਾਜਨੀਤੀ ਆਦਿ ਹੋਂਦ ਵਿੱਚ ਆਏ ਅਤੇ ਹੌਲੀ ਹੌਲੀ ਮਨੁੱਖ ਸੱਭਿਆ ਬਣ ਗਿਆ। ਐਪੀਕਿਊਰਸ ਦਾ ਵਿਚਾਰ ਹੈ ਕਿ ਮੌਤ ਦੇ ਨਾਲ ਹੀ ਮਨੁੱਖ ਅਤੇ ਆਤਮਾ ਦੋਵੇਂ ਖਤਮ ਹੋ ਜਾਂਦੇ ਹਨ। ਸਰੀਰ ਅਤੇ ਆਤਮਾ ਦਾ ਆਪਸੀ ਸੰਬੰਧ ਅਤੇ ਉਸ ਵਿਚਲੇ ਪਾਣੀ ਦੇ ਸੰਬੰਧ ਦੀ ਨਿਆਈ ਹੈ। ਕੜੇ ਰੂਪੀ ਸਰੀਰ ਦੇ ਨਸ਼ਟ ਹੋਣ ਨਾਲ ਪਾਣੀ ਰੂਪੀ ਆਤਮਾ ਵੀ ਡੁੱਲ ਜਾਂਦੀ ਹੈ, ਜਾਂ ਕਹਿ ਲਓ ਸਰੀਰ ਵਾਂਗ ਉਹ ਵੀ ਮੁੱਢਲੇ ਆਤਮਾ ਦੇ ਰੂਪ ਵਿੱਚ ਬਦਲ ਜਾਂਦੀ ਹੈ। ਉਹ ਇਹ ਸਰੀਰ ਦੇ ਨਾਲ ਹੀ ਹੋਂਦ ਵਿੱਚ ਆਉਂਦੀ ਹੈ ਅਤੇ ਇਸ ਦੇ ਨਾਲ ਹੀ ਖਤਮ ਹੋ ਜਾਂਦੀ ਹੈ। ਸਰੀਰ ਤੋਂ ਬਿਨਾਂ ਨਾ ਹੀ ਕੋਈ ਵਿਚਾਰ ਜਾਂ ਵਲਵਲਾ ਅਤੇ ਨਾ ਹੀ ਯਾਦਾਸ਼ਤ ਹੋਂਦ ਵਿੱਚ ਰਹਿ ਸਕਦੀ ਹੈ। ਐਪੀਕਿਊਰਸ ਦੀ ਫਿਲਾਸਫੀ ਸਾਨੂੰ ਤਸੱਲੀ ਨਹੀਂ ਦਿੰਦੀ, ਕਿਉਂਕਿ ਉਹ ਰਚਨਾ ਨੂੰ ਇੱਕ ਮਸ਼ੀਨ ਜਾਂ ਇੰਜਨ ਦੀ ਨਿਆਈ ਸਮਝਦਾ ਹੈ ਜਿਸ ਨੂੰ ਚਲਾਉਣ ਵਾਲਾ ਕੋਈ ਨਹੀਂ। ਨਾਲੇ ਉਹ ਮਨੁੱਖ ਨੂੰ ਇੱਕ ਧਰਤੀ ਦੇ ਕਿਰਾਏਦਾਰ ਦੇ ਰੂਪ ਵਿੱਚ ਸਮਝਦਾ ਹੈ ਜਿਸ ਨੂੰ ਇੱਕ ਪਲ ਵਿੱਚ ਮੌਤ ਰੂਪੀ ਨੋਟਿਸ ਮਿਲਣ 'ਤੇ ਛੱਡਣਾ ਪੈਂਦਾ ਹੈ। ਇਸ ਲਈ ਐਪੀਕਿਊਰਸ ਦਾ ਵਿਚਾਰ ਹੈ ਕਿ ਜੇ ਅਸੀਂ ਮੌਤ 'ਤੇ ਕਾਬੂ ਨਹੀਂ ਪਾ ਸਕਦੇ ਤਾਂ ਉਸ ਦੇ ਡਰ 'ਤੇ ਕਾਬੂ ਪਾ ਕੇ ਸਾਡਾ ਕੁਝ ਨਾ ਕੁਝ ਬਚਾਅ ਹੋ ਸਕਦਾ ਹੈ। ਮਨੁੱਖ ਦਾ ਜੀਵਨ ਬੜਾ ਸੰਖੇਪ ਹੈ, ਪਰ ਇਸ ਕਾਰਨ ਸਾਨੂੰ ਉਦਾਸ ਨਹੀਂ ਹੋਣਾ ਚਾਹੀਦਾ। ਸਗੋਂ ਸਾਨੂੰ ਇਸ ਥੋੜ੍ਹੇ ਸਮੇਂ ਵਿੱਚ ਵੱਧ ਤੋਂ ਵੱਧ ਆਨੰਦ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੌਤ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ, ਕਿਉਂਕਿ ਮੌਤ ਪਿੱਛੋਂ ਨਾ ਕੋਈ ਦੁੱਖ ਦਰਦ, ਨਾ ਨਰਕ ਸੁਰਗ ਹੁੰਦਾ ਹੈ। ਮੌਤ ਸਗੋਂ ਦੁਨੀਆ ਦੇ ਝਮੇਲਿਆਂ ਤੋਂ ਸਾਨੂੰ ਸਦਾ ਲਈ ਆਜ਼ਾਦ ਕਰ ਦਿੰਦੀ ਹੈ ਅਤੇ ਸ਼ਾਂਤੀ ਦੀ ਸਦੀਵੀ ਨੀਂਦ ਵਿੱਚ ਸੁਆ ਦਿੰਦੀ ਹੈ। ਇਸ ਲਈ ਸਾਨੂੰ ਮੌਤ ਦਾ ਡਰ ਦੂਰ ਕਰਕੇ ਜਾਂਦੇ ਚੋਰ ਦੀ ਲੰਗੋਟੀ ਵਾਂਗ ਜਿੰਨਾ ਵੀ ਸੁੱਖ ਆਨੰਦ ਜੀਵਨ ਵਿੱਚੋਂ ਹਾਸਲ ਹੋ ਚੁੱਕੇ ਮਾਣ ਲੈਣਾ ਚਾਹੀਦਾ ਹੈ। ਐਪੀਕਿਊਰਸ ਆਪਣੇ ਪੈਰੋਕਾਰਾਂ ਨੂੰ ਸਦਾ ਇਹੀ ਸਿੱਖਿਆ ਦਿੰਦਾ ਸੀ ਕਿ ਇੱਕ ਤਮਾਸ਼ਬੀਨ ਵਾਂਗ ਤੁਸੀਂ ਵੀ ਦੁਨੀਆ ਦੇ ਤਮਾਸ਼ੇ ਨੂੰ ਦੂਰ ਖੜੇ ਹੋ ਕੇ ਦੇਖੀ ਜਾਓ। ਇਸ ਫਿਲਾਸਫੀ ਵਿੱਚ ਘਾਟਾ ਇਹ ਹੈ ਕਿ ਸਾਨੂੰ ਅਮਲੀ ਜੀਵਨ ਤੋਂ ਦੂਰ ਲੈ ਜਾਂਦੀ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਰਚਨਹਾਰ ਦੀ ਸੁੰਦਰ ਰਚਨਾ ਨੂੰ ਹੋਰ ਵੀ ਸੁੰਦਰ ਬਣਾਉਣ ਵਿੱਚ ਅਸੀਂ ਆਪਣਾ ਥੋੜ੍ਹਾ ਬਹੁਤ ਹਿੱਸਾ ਪਾਈਏ। ਜੇ ਐਪੀਕਿਊਰਸ ਵਾਂਗ ਹਰ ਮਨੁੱਖ ਤਮਾਸ਼ਬੀਨ ਹੀ ਬਣ ਜਾਏ ਤਾਂ ਇਹ ਤਮਾਸ਼ਾ ਬਿਲਕੁਲ ਬੰਦ ਹੋ ਜਾਏਗਾ, ਅਤੇ ਫਿਰ ਨਾ ਹੀ ਤਮਾਸ਼ਬੀਨ ਰਹੇਗਾ ਅਤੇ ਨਾ ਹੀ ਤਮਾਸ਼ਾ। ਦੂਜਿਆਂ ਦਾ ਦੁੱਖ ਸੁੱਖ ਵੰਡਾਉਣ, ਉਹਨਾਂ ਨਾਲ ਹਮਦਰਦੀ ਕਰਨੀ, ਇਹ ਮਨੁੱਖ ਦੇ ਵੱਡੇ ਗੁਣ ਹਨ ਅਤੇ ਮਿੱਤਰਤਾ ਦਾ ਆਧਾਰ ਹਨ। ਮਿੱਤਰਤਾ ਇੱਕ ਸੁੰਦਰ ਅਤੇ ਪਵਿੱਤਰ ਤੋਹਫਾ ਹੈ। ਜੇ ਸਾਨੂੰ ਦੁਨੀਆ ਦੇ ਦੁੱਖ ਸੁੱਖ ਅਤੇ ਮੌਤ ਨਾਲ ਸਾਡਾ ਸਮਝੌਤਾ ਕਰਵਾ ਦਿੰਦੇ ਹਨ, ਤਾਂ ਮਿੱਤਰਤਾ ਵਰਗੀ ਪਵਿੱਤਰ ਸ਼ੈ ਜੀਵਨ ਨਾਲ ਸਾਡੀ ਸਾਂਝ ਬਣਾ ਦਿੰਦਾ ਹੈ। ਧੰਨਵਾਦ। ਹਰਜੀਤ ਭਮਰਾ। ਅਤੇ ਜਾਂਦਿਆਂ ਜਾਂਦਿਆਂ ਇਸ ਮਹਾਨ ਦਾਰਸ਼ਨਿਕ ਐਪੀਕਿਊਰਸ ਦੇ ਕੁਝ ਵਿਚਾਰ ਸਾਂਝੇ ਕਰਾਂਗੀ। ਸਾਨੂੰ ਸਾਡੇ ਦੋਸਤਾਂ ਦੀ ਮਦਦ ਇੰਨੀ ਮਦਦ ਨਹੀਂ ਕਰਦੀ ਜਿੰਨਾ ਸਾਡਾ ਵਿਸ਼ਵਾਸ ਕਿ ਉਹ ਸਾਡੀ ਮਦਦ ਕਰਨਗੇ। ਤੁਸੀਂ ਆਪਣਾ ਵਕਤ ਇਹ ਸੋਚ ਕੇ ਬਰਬਾਦ ਨਾ ਕਰੋ ਕਿ ਤੁਹਾਡੇ ਕੋਲ ਕੀ ਨਹੀਂ ਹੈ। ਯਾਦ ਰੱਖਿਓ, ਜੋ ਅੱਜ ਤੁਹਾਡੇ ਕੋਲ ਹੈ ਤੁਸੀਂ ਕੱਲ੍ਹ ਇਹਨਾਂ ਬਾਰੇ ਕਦੀ ਸੋਚਦੇ ਹੁੰਦੇ ਸੀ। ਮੌਤ ਦਾ ਸਾਡੇ ਨਾਲ ਕੋਈ ਵਾਸਤਾ ਨਹੀਂ, ਕਿਉਂਕਿ ਜਿੰਨੀ ਦੇਰ ਅਸੀਂ ਇੱਥੇ ਹਾਂ ਅਤੇ ਉਨੀ ਦੇਰ ਮੌਤ ਸਾਡੇ ਲਾਗੇ ਵੀ ਨਹੀਂ ਆ ਸਕਦੀ। ਮੈਂ ਮੌਤ ਤੋਂ ਕਿਉਂ ਘਬਰਾਵਾਂ? ਜੇ ਮੈਂ ਹਾਂ ਤਾਂ ਮੌਤ ਨਹੀਂ, ਅਤੇ ਜੇ ਮੌਤ ਹੈ ਤਾਂ ਮੈਂ ਨਹੀਂ। ਫਿਰ ਮੈਂ ਕਿਉਂ ਉਸ ਤੋਂ ਡਰਾਂ ਜਿਹੜੀ ਉਦੋਂ ਐਗਜ਼ਿਸਟ ਕਰਦੀ ਹੈ ਜਦੋਂ ਮੈਂ ਨਹੀਂ ਹੋਵਾਂਗਾ, ਤਾਂ ਇਸ ਦੇ ਡਰ ਤੋਂ ਮੈਂ ਪੀੜਤ ਕਿਉਂ ਰਵਾਂ? ਤੁਹਾਡੇ ਅੰਦਰ ਹੌਸਲਾ ਆਪਣੇ ਸਬੰਧਾਂ ਨੂੰ ਠੀਕ ਠਾਕ ਹੋਣ ਕਰਕੇ ਨਹੀਂ ਆਉਂਦਾ। ਤੁਸੀਂ ਕਿਸ ਤਰ੍ਹਾਂ ਔਖੇ ਸਮੇਂ ਵਿੱਚ ਇਹਨਾਂ 'ਤੇ ਪੂਰੇ ਉਤਰਦੇ ਹੋ, ਉਹਨਾਂ ਕਰਕੇ ਆਉਂਦਾ ਹੈ। ਚੰਗੀ ਜੀਵਨ ਜਾਂਚ, ਜੀਵਨ ਦੀ ਕਲਾ ਅਤੇ ਮੌਤ ਦੀ ਕਲਾ ਦੋਵੇਂ ਬਰਾਬਰ ਹਨ। ਜੇ ਰੱਬ ਸਾਡੀ ਸਾਰਿਆਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੁੰਦਾ ਤਾਂ ਸਾਡੀ ਮਨੁੱਖਤਾ ਦਾ ਕਦੋਂ ਤੋਂ ਖਾਤਮਾ ਹੋ ਚੁੱਕਾ ਹੁੰਦਾ, ਕਿਉਂਕਿ ਹਰ ਰੋਜ਼ ਅਸੀਂ ਦੂਸਰਿਆਂ ਵਾਸਤੇ ਕੁਝ ਨਾ ਕੁਝ ਬੁਰਾ
ਜ਼ਰੂਰ ਸੋਚਦੇ ਤੇ ਮੰਗਦੇ ਹਾਂ। ਜਿਸ ਦਾ ਮਨ ਸ਼ਾਂਤ ਹੈ ਉਹ ਨਾ ਤਾਂ ਆਪ ਉਤੇਜਿਤ ਹੁੰਦਾ ਹੈ ਤੇ ਨਾ ਹੀ ਕਿਸੇ ਨੂੰ ਉਤੇਜਿਤ ਕਰਦਾ ਹੈ। ਹਮੇਸ਼ਾ ਹੀ ਵਿਚਕਾਰਲਾ ਰਸਤਾ ਅਪਣਾਓ, ਤਾਂ ਹੀ ਤੁਸੀਂ ਦੁਨੀਆ ਦੀਆਂ ਬਖਸ਼ਿਸ਼ਾਂ ਦਾ ਖੁੱਲ੍ਹ ਕੇ ਆਨੰਦ ਮਾਣ ਸਕੋਗੇ। ਆਤਮ ਨਿਰਭਰ ਹੋਣਾ ਹੀ ਤੁਹਾਨੂੰ ਆਜ਼ਾਦ ਕਰ ਦਿੰਦਾ ਹੈ। ਸਾਡੀ ਇਸ ਦੁਨੀਆ 'ਤੇ ਆਮਦ ਬਗੈਰ ਕਿਸੇ ਬੰਧਨ ਤੋਂ ਹੈ। ਅਸੀਂ ਕਿਸੇ ਦੇ ਹੱਥ ਦਾ ਖਿਡੌਣਾ ਨਹੀਂ। ਕੋਈ ਨਿਯਮ ਦੀ ਕਿਤਾਬ ਨੂੰ ਮੰਨਣ ਦੀ ਲੋੜ ਨਹੀਂ ਹੈ, ਪਰ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਉਹ ਵਾਲੀਆਂ ਬੰਦਿਸ਼ਾਂ ਤੋਂ ਆਜ਼ਾਦ ਹੋਣਾ ਹੈ ਜਿਹੜੀਆਂ ਅਸੀਂ ਆਪਣੇ ਸੁਭਾਅ ਕਰਕੇ ਆਪਣੇ 'ਤੇ ਲਾਈਆਂ ਹਨ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਫਿਲਾਸਫਾਂ ਬਾਰੇ ਜਾਣਕਾਰੀ ਚੰਗੀ ਲੱਗੀ ਹੋਵੇਗੀ। ਸ਼ੁਭ ਇਛਾਵਾਂ ਸਹਿਤ। ਧੰਨਵਾਦ। ਹਰਜੀਤ ਭਮਰਾ।